ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਹੋਸਟ ਤੇ ਦੋਸਤ ਦਰਸ਼ਨ ਸਿੱਧੂ। ਮੈਂ ਤੁਹਾਨੂੰ ਟਿਕਰੀ ਬਾਰਡਰ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਗਾ। ਅਸੀਂ ਇੱਕ ਅੱਜ ਇਹੋ ਜਿਹੀ ਵੱਖਰੀ ਤਸਵੀਰ ਤੁਹਾਨੂੰ ਦਿਖਾਵਾਂਗੇ ਕਿ ਇੱਕ ਲੜਕੀ ਸਾਨੂੰ ਮਿਲੇ ਨੇ ਜਿਹੜੇ ਕਿ ਇਕੱਲੇ ਆਏ ਨੇ। ਕਹਿੰਦੇ ਅਸੀਂ ਇਕੱਲੇ ਆਏ ਹੋਏ ਹਾਂ। ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੱਥੋਂ ਆਏ ਹੋਏ ਨੇ ਉਹ, ਅਤੇ ਇੱਧਰ ਕੁਝ ਬਜ਼ੁਰਗ ਵੀ ਬੈਠੇ ਹੋਏ ਨੇ ਅਤੇ ਉਹਨਾਂ ਕੋਲ ਬੈਠੇ ਸਨ ਅਤੇ ਆਪਾਂ ਹੁਣ ਗੱਲਬਾਤ ਕਰਾਂਗੇ ਵੀ ਉਹ ਕਿੱਥੋਂ ਆਏ ਹੋਏ ਨੇਗੇ। ਬਾਪੂ ਜੀ ਸਤਿ ਸ਼੍ਰੀ ਅਕਾਲ ਜੀ। ਮੈਡਮ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋਏ ਹੋ ਅਤੇ ਕੀ ਨਾਮ ਆ ਤੁਹਾਡਾ? मेरा नाम फलक जहांगीर है। मैं बठिंडे शहर तो आई हाँ, पंजाब तो ही हैगी हाँ मैं। आप हिंदी बोल रहे हैं, आप ਬਠਿੰਡਾ के ਪ੍ਰੋਪਰ ਰਹਿਣੇ ਵਾਲੇ ਹੈ? ਅਤੇ ਬਠਿੰਡਾ ਦੇ ਇਹੋ ਜਿਹੀ ਜਗ੍ਹਾ ਦੱਸੋ ਸਾਨੂੰ ਵੀ, ਮਤਲਬ ਤੁਸੀਂ ਬਠਿੰਡਾ ਦੇ ਪ੍ਰੋਪਰ ਹੀ ਹੋ, ਕੀ ਨਿਸ਼ਾਨੀ ਹੈ ਬਠਿੰਡਾ ਦੀ? ਉੱਥੇ ਥਰਮਲ ਪਲਾਂਟ ਹੈ, ਕਿਲਾ ਹੈ ਉੱਥੇ, ਔਰ ਬਹੁਤ ਸਾਰੀ ਚੀਜ਼ਾਂ ਨੇ ਉੱਥੇ, ਜਿਵੇਂ ਬਰਤ ਨਗਰ ਹੈ ਐਂਡ ਉੱਥੇ ਫੌਜੀ ਚੌਕ ਹੈ, ਘੋੜਾ ਚੌਕ ਹੈ। ਇਹ ਸਾਰੀਆਂ ਨਿਸ਼ਾਨੀਆਂ ਉੱਥੇ ਬਠਿੰਡੇ ਦੀਆਂ ਨੇ ਜਿਹੜੀਆਂ ਫੇਮਸ ਜਗ੍ਹਾ ਨੇ ਉੱਥੇ। ਠੀਕ ਹੈ। ਅਤੇ ਮੈਡਮ ਜੀ ਤੁਸੀਂ ਕਿੰਨੇ ਦਿਨ ਹੋ ਗਏ ਇੱਥੇ ਆਇਆ ਨੂੰ? ਮੈਨੂੰ ਇੱਥੇ 5 ਦਿਨ ਹੋ ਗਏ ਨੇ ਆਏ ਨੂੰ, ਅਤੇ ਮੈਂ ਇੱਥੇ ਬਹੁਤ ਮੈਨੂੰ ਵਧੀਆ ਲੱਗ ਰਿਹਾ ਆ ਕੇ, ਅਤੇ ਮੈਂ ਕਿਸਾਨਾਂ ਦੇ ਨਾਲ ਰਹਿ ਰਹੀ ਹਾਂ ਇੱਥੇ ਆ ਕੇ। ਤੁਸੀਂ ਇਕੱਲੇ ਆਏ ਹੋ, ਤੁਹਾਨੂੰ ਇਕੱਲੇ ਨੂੰ ਡਰ ਨਹੀਂ ਲੱਗਦਾ? ਤੁਹਾਨੂੰ ਇਕੱਲਿਆਂ ਨੂੰ ਇੱਥੇ ਡਰਨ ਦੀ ਕੀ ਲੋੜ ਹੈ ਜੀ? ਇਹਦੇ ਸਾਰੇ ਮੇਰੇ ਬੇਬੇ ਬਾਪੂ ਹੀ ਨੇ। ਮੈਂ ਕਿਸੇ ਨੂੰ ਵੀ ਆਪਣਾ ਬੇਬੇ ਬਾਪੂ ਮੰਨ ਸਕਦੀ ਹਾਂ। ਇਹਨਾਂ ਨਾਲ ਬੈਠੀ ਆਏ ਮੇਰੇ ਬਾਪੂ ਵਰਗੇ ਨੇ, ਉਹ ਮੇਰੇ ਤਾਇਆ ਜੀ ਲੱਗਦੇ ਨੇ ਸਾਰੇ। ਇੱਥੇ ਬਹੁਤ ਵਧੀਆ ਲੱਗ ਰਿਹਾ ਮੈਨੂੰ ਆ ਕੇ। ਇੱਥੇ ਅਜੇ ਕੋਈ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਇਹ ਪਰਾਏ ਨੇ ਮੇਰੇ ਨਾਲ। ਜਿਨ੍ਹਾਂ ਨਾਲ ਵਧੀਆ ਗੱਲ ਕਰਦੇ ਹਾਂ ਉਹ ਵਧੀਆ ਹੀ ਬੋਲਦਾ ਸਾਡੇ ਨਾਲ। ਤੁਹਾਡੇ ਜਹਿਨ ਦੇ ਵਿੱਚ ਕਿਵੇਂ ਆਇਆ ਕਿ ਜਿਹੜਾ ਤੁਸੀਂ ਇਹ ਅੰਦੋਲਨ ਦੇ ਵਿੱਚ ਪਹੁੰਚੇ ਹੋ, ਤੁਹਾਡੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਕੀ ਆਈ? ਕੀ ਤੁਸੀਂ ਜੱਟ ਫੈਮਿਲੀ ਨਾਲ ਬਿਲੋਂਗ ਕਰਦੇ ਹੋ? ਤੁਸੀਂ ਜੱਟ ਫੈਮਿਲੀ ਨਾਲ ਰਿਲੇਸ਼ਨ ਆ ਤੁਹਾਡਾ ਕੋਈ? ਨਹੀਂ, ਮੇਰਾ ਇੱਥੇ ਕੋਈ ਜੱਟ ਫੈਮਿਲੀ ਨਾਲ ਰਿਲੇਸ਼ਨ ਨਹੀਂ ਹੈਗਾ। ਮੈਂ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ। ਮੈਨੂੰ ਇਹ ਸੀਗਾ ਕਿ ਕਿਸਾਨਾਂ ਨਾਲ ਆਪਾਂ ਨੂੰ ਖੜਾ ਹੋਣਾ ਚਾਹੀਦਾ, ਬਿਕੋਜ਼ ਉਹਨਾਂ ਦਾ ਹੀ ਅਸੀਂ ਖਾਂਦੇ ਹਾਂ ਹਜੇ ਤੱਕ। ਉਹ ਹੀ ਬੀਜਦੇ ਆ ਤਾਂ ਹੀ ਅਸੀਂ ਖਾ ਸਕਦੇ ਹਾਂ, ਨਹੀਂ ਤਾਂ ਨਹੀਂ ਖਾ ਸਕਦੇ। ਜੇ ਉਹ ਖੇਤੀ ਨਾ ਕਰਨਗੇ ਫਿਰ ਕਿਵੇਂ ਖਾ ਲਾਂਗੇ ਅਸੀਂ? ਅਤੇ ਉਹਨਾਂ ਦੇ ਨਾਲ ਖੜਾ ਹੋਣਾ ਚਾਹੀਦਾ ਆਪਾਂ ਨੂੰ, ਸਾਰਿਆਂ ਨੂੰ ਹੀ ਖੜਾ ਹੋਣਾ ਚਾਹੀਦਾ। ਮੈਂ ਇਹ ਨਹੀਂ ਕਹਿੰਦੀ ਸਿਰਫ ਜੱਟਾਂ ਨੂੰ ਹੀ ਖੜਾ ਹੋਣਾ ਚਾਹੀਦਾ, ਆਪਾਂ ਨੂੰ ਸਾਰਿਆਂ ਨੂੰ, ਹਿੰਦੂ ਨੂੰ, ਜੇ ਉਹ ਸ਼ਰਮੇ ਹੈਗੇ ਆ, ਪੰਡਿਤ ਹੈਗੇ ਆ, ਉਹਨਾਂ ਨੂੰ ਵੀ ਇੱਥੇ ਆਉਣਾ ਚਾਹੀਦਾ, ਕਿਉਂਕਿ ਉਹ ਅੰਨ ਖਾ ਰਹੇ ਨੇ ਸਾਰਿਆਂ, ਮਤਲਬ ਕਿਸਾਨਾਂ ਦਾ। ਅਤੇ ਬੇਸਿਕਲੀ ਤੁਸੀਂ ਸਟੂਡੈਂਟ ਹੋ, ਕਿਹੜੀ ਤੁਸੀਂ ਮਤਲਬ ਦੱਸੋ ਵੀ ਕਿ ਕਿਹੜੀ ਕਲਾਸ ਕਰ ਰਹੇ ਹੋ ਤੁਸੀਂ? ਸਟੂਡੈਂਟ, ਐਜ ਏ ਸਟੂਡੈਂਟ ਹੋ ਤੁਸੀਂ? ਕੀ ਤੁਸੀਂ ਐਜੂਕੇਸ਼ਨ ਕਰ ਰਹੇ ਹੋ ਕਿ ਹੋਰ ਡਿਪਾਰਟਮੈਂਟ 'ਚ ਕੰਮ ਕਰ ਰਹੇ ਹੋ ਕਿਸੇ? ਮੈਂ ਮੈਡੀਕਲ ਸਟੂਡੈਂਟ ਹੈਗੀ ਹਾਂ, ਅਤੇ ਮੈਂ ਮੋਡਲਿੰਗ ਐਕਟਿੰਗ ਕਰ ਰਹੀ ਹਾਂ, ਫਿਲਮਾਂ 'ਚ ਕੰਮ ਕਰਦੀ ਹਾਂ, ਸੀਰੀਅਲ 'ਚ ਵੀ ਕਰਦੀ ਹਾਂ, ਅਤੇ ਗਾਣਿਆਂ 'ਚ ਵੀ ਕੰਮ ਕਰ ਰਹੀ ਹਾਂ ਹੁਣੇ ਮੈਂ। ਅਤੇ ਤੁਸੀਂ ਇਕੱਲੇ ਜਿਹੜਾ ਇੱਥੇ ਆਉਣ ਦਾ, ਤੁਸੀਂ ਇਹ ਤਾਂ ਨਹੀਂ ਆਪ ਫੇਮਸ ਹੋਣ ਦਾ ਤਾਂ ਨਹੀਂ ਕੋਈ ਮਕਸਦ ਸੋਚ ਕੇ ਆਏ ਤੁਸੀਂ? ਕੀ ਮਤਲਬ ਤੁਸੀਂ ਹਮਦਰਦੀ ਲੈ ਕੇ ਆਏ ਹੋ, ਬਾਕੀ ਹਮਦਰਦੀ ਲੈ ਕੇ ਆਏ ਹੋ ਇੱਥੇ? ਨਹੀਂ, ਮੈਂ ਇੱਥੇ ਹਮਦਰਦੀ ਲੈ ਕੇ ਆਈ ਹਾਂ ਆਪਦੀ, ਮਤਲਬ ਕਿ ਆਪਾਂ ਕਿਸਾਨਾਂ ਦਾ ਖਾ ਰਹੇ ਹਾਂ ਤਾਂ ਉਹਨਾਂ ਨਾਲ ਰਹਿਣਾ ਜ਼ਰੂਰੀ ਹੈ ਆਪਣਾ। ਇੱਥੇ ਆ ਕੇ ਸਾਰਿਆਂ ਨੂੰ ਆਉਣਾ ਚਾਹੀਦਾ, ਅਤੇ ਬਹੁਤ ਵਧੀਆ ਮੈਂ ਮਤਲਬ ਕਿ ਹੈਗਾ, ਲੱਗ ਰਿਹਾ ਸਾਰਿਆਂ ਨੂੰ ਆ ਕੇ। ਐਂ ਨਹੀਂ ਹੈਗਾ ਵੀ ਇਹਨਾਂ ਨੂੰ ਮੈਂ ਨਹੀਂ ਜਾਣਦੀ ਤਾਂ ਮੈਂ ਇਹਨਾਂ ਨਾਲ ਬੋਲ ਨਹੀਂ ਸਕਦੀ। ਇੱਥੇ ਤੁਸੀਂ ਆਓਗੇ, ਬੈਠੋਗੇ, ਇਹਨਾਂ ਨਾਲ ਗੱਲਬਾਤ ਕਰੋਗੇ ਤਾਂ ਤੁਹਾਨੂੰ ਐਂ ਲੱਗੂਗਾ ਵੀ ਇਹ ਆਪਣੇ ਹੀ ਨੇ। ਇੱਥੇ ਹੋ ਹੀ ਨਹੀਂ ਰਿਹਾ ਕਿ ਇਹ ਹਰਿਆਣਾ ਤੋਂ ਆਇਆ, ਇਹ ਪੰਜਾਬ ਤੋਂ ਨੇ। ਇੱਥੇ ਕੋਈ ਵੀ ਚੀਜ਼ ਇੱਦਾਂ ਦੀ ਨਹੀਂ ਹੈਗੀ। ਤੁਸੀਂ ਆਓ, ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ, ਆਰਟਿਸਟ ਨੂੰ ਆਉਣਾ ਚਾਹੀਦਾ। ਮੈਂ ਸੁਣਿਆ ਅੱਜ ਤੱਕ ਕਿ ਬਈ ਸਿਰਫ ਇੱਥੇ ਪੰਜਾਬੀ ਇੰਡਸਟਰੀ ਵਾਲੇ ਆਏ ਨੇ, ਬਾਲੀਵੁੱਡ ਵਾਲਾ ਹਜੇ ਤੱਕ ਇੱਕ ਵੀ ਨਹੀਂ ਆਇਆ ਇੱਥੇ ਸਾਹਮਣੇ ਆਪਣੇ, ਵੀ ਆ ਕੇ ਉਹਨਾਂ ਨਾਲ ਗੱਲਬਾਤ ਕੀਤੀ ਹੋਏ ਜਾਂ ਕੁਝ। ਹਜੇ ਤੱਕ ਸਿਰਫ ਬੋਲਿਆ ਤਾਂ ਮਾੜਾ ਹੀ ਬੋਲਿਆ ਉਹਨਾਂ ਨੇ। ਸੰਨੀ ਦਿਓਲ ਨੂੰ ਲੈ ਲਓ, ਉਹਨਾਂ ਨੇ ਵੀ ਹਜੇ ਤੱਕ ਗਲਤ ਹੀ ਬੋਲਿਆ। ਅਤੇ ਕੰਗਨਾ ਇੱਕ ਕੁੜੀ ਹੋ ਕੇ ਆਪਣੇ ਬੇਬੇ ਲਈ ਗਲਤ ਬੋਲ ਰਹੀ ਹੈ, ਉਹ ਚੀਜ਼ ਸਹੀ ਨਹੀਂ ਸੀਗੀ। ਅਤੇ ਉਹ ਤਾਂ ਅੱਜ ਵੀ ਇੱਕ ਹੋਰ ਸਵਾਲ ਉਹਨਾਂ ਦਾ ਆ ਰਿਹਾ ਕਿ ਉਹ ਤਾਂ ਬਾਰ-ਬਾਰ ਫੇਰ ਟਵਿੱਟਰ ਕਰਕੇ ਕਹਿ ਰਹੇ ਨੇ, ਕੁਛ ਨਾ ਕੁਛ ਕਹਿ ਰਹੇ ਨੇ, ਕਿ ਉਹਨਾਂ ਬਾਰੇ ਕੀ ਕਹੋਗੇ ਤੁਸੀਂ? ਆਪਦੇ ਸ਼ਬਦਾਂ ਦੇ ਵਿੱਚ ਕੀ ਕਹੋਗੇ ਉਹਨਾਂ ਨੂੰ? ਮੈਂ ਕੰਗਨਾ ਨੂੰ ਸਿਰਫ ਇੱਕ ਹੀ ਗੱਲ ਕਹੂੰਗੀ ਕਿ ਉਹ ਕੁੜੀ ਹੈਗੀ ਹੈ ਅਤੇ ਉਹ ਰਿਸਪੈਕਟ ਕਰੇ ਸਾਰਿਆਂ ਦੀ। ਮੈਂ ਉਹਨਾਂ ਨੂੰ ਗਲਤ ਨਹੀਂ ਬੋਲੂੰਗੀ। ਹੋ ਸਕਦਾ ਹੈ ਕਿ ਉਹਨਾਂ ਦਾ ਆਪਦਾ ਮੈਟਰ ਹੋਵੇ ਕੋਈ ਚੀਜ਼ ਦਾ ਲੈ ਕੇ, ਮੈਂ ਉਹਨਾਂ ਨੂੰ ਗਲਤ ਨਹੀਂ ਕਹਿਣਾ ਚਾਹੁੰਦੀ। ਬਸ ਇਹ ਚੀਜ਼ ਹੈਗੀ ਹੈ ਵੀ ਉਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ, ਕਿਉਂਕਿ ਹਜੇ ਤੱਕ ਉਹ ਖਾਣਾ ਖਾ ਰਿਹਾ ਉਹ ਇਹਨਾਂ ਦਾ ਹੀ ਬੀਜਿਆ ਹੋਇਆ, ਨਾ ਕਿ ਉਹ ਆਪ ਬੀਜੋ ਕੇ ਖਾ ਰਹੀ ਹੈ ਉੱਥੇ, ਕਿ ਉਹਨੇ ਆਪ ਦਾ ਖੇਤ ਬਣਾਇਆ ਹੋਵੇ, ਮਤਲਬ ਆਪ ਬੀਜ ਰਹੀ ਹੈ ਉੱਥੇ। ਇਹਨਾਂ ਦਾ ਬੀਜਿਆ ਹੋਇਆ ਉਹ ਸਾਰਾ ਕੁਝ। ਅਤੇ ਤੁਸੀਂ ਕਹਿੰਦੇ ਹੋ ਕਿ ਉਹਨਾਂ ਦਾ ਕੋਈ ਮਕਸਦ ਕੋਈ ਹੋਰ ਹੋ ਸਕਦਾ, ਕੋਈ ਇਹੀ ਮਕਸਦ ਹੋ ਸਕਦਾ ਉਹਨਾਂ ਦਾ, ਕੋਈ ਆਪਣੀ ਉਹਨੂੰ ਆਪਣੇ ਇਮੇਜ ਨੂੰ ਲੈ ਕੇ ਵੀ ਆਪਣਾ ਵੀ ਗਲਤ ਬਿਆਨ ਦੇ ਕੇ ਉਹਨੂੰ ਐਂ ਵੀ ਸੋਸ਼ਲ ਮੀਡੀਆ ਦੇ ਵਿੱਚ ਜਾਂ ਕਿ ਮੈਂ ਚੈਨਲਾਂ ਦੇ ਰਾਹੀਂ ਬੜੀ ਪਾਪੂਲਰ ਹੋ ਜਾਂਗੀ? ਇਹ ਤਾਂ ਨਹੀਂ ਹੋ ਸਕਦਾ? ਕਿਉਂ ਨਹੀਂ ਹੋ ਸਕਦਾ? ਹੋ ਸਕਦਾ ਹੈ। ਅੱਜ ਕੱਲ੍ਹ ਸਾਰੇ ਸੋਸ਼ਲ ਮੀਡੀਆ ਲਈ ਹੀ ਕੰਮ ਕਰ ਰਹੇ ਨੇ ਜ਼ਿਆਦਾਤਰ। ਹੋ ਸਕਦਾ ਕਿ ਉਹ ਵੀ ਇਸ ਚੀਜ਼ ਨੂੰ ਲੈ ਕੇ ਕਰ ਰਹੀ ਹੋਵੇ ਕੰਮ, ਅਤੇ ਆਪਾਂ ਕਿਸੇ ਚੀਜ਼ ਨੂੰ ਲੈ ਕੇ ਕਹਿ ਨਹੀਂ ਸਕਦੇ ਕਿਸੇ ਦਾ ਉਹ ਕਿ ਉਹ ਕੀ ਸੋਚ ਕੇ ਕਰ ਰਹੀ ਹੈ, ਇਹ ਸਭ ਕੀ ਨਹੀਂ। ਕਿਸਾਨ ਅੰਦੋਲਨ ਦੀਆਂ ਸਭ ਤੋਂ ਵਧੀਆ ਤੁਹਾਨੂੰ ਤਸਵੀਰਾਂ ਕਿਹੜੀਆਂ ਲੱਗੀਆਂ ਤੁਹਾਨੂੰ? ਕੀ ਤੁਸੀਂ ਵਧੀਆ ਵੇਖਿਆ? ਮੈਨੂੰ ਇੱਥੇ ਸਭ ਕੁਝ ਵਧੀਆ ਲੱਗ ਰਿਹਾ ਹੈ। ਪਹਿਲੀ ਗੱਲ ਤਾਂ ਇਹ ਕਿ ਇੱਥੇ ਸਾਰੀ ਸਹੂਲਤਾਂ ਦਿੱਤੀ ਜਾ ਰਹੀ ਹੈ ਸਾਨੂੰ। ਵਾਸ਼ਰੂਮ ਪੂਰੇ ਪ੍ਰੋਪਰ ਦਿੱਤੇ ਜਾ ਰਹੇ ਹੈ,
ਐਂਡ ਇੱਥੇ ਖਾਣ ਪੀਣ ਦਾ 20-20 ਸੈਕਿੰਡ 'ਚ ਹੀ ਕੋਈ ਨਾ ਕੋਈ ਆਉਂਦਾ ਹੈ ਔਰ ਸਾਨੂੰ ਕੁਝ ਨਾ ਕੁਝ ਦੇ ਕੇ ਜਾਂਦਾ ਹੈ ਵੀ ਲੰਗਰ ਚੱਲ ਰਿਹਾ, ਇਹ ਖਾ ਲਓ, ਉਹ ਖਾ ਲਓ। ਇੱਥੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਟਰੀਟ ਕਰਿਆ ਜਾ ਰਿਹਾ ਹੈ। ਕੋਈ ਵੀ ਆਉਂਦਾ ਸਾਨੂੰ ਵਧੀਆ ਤਰੀਕੇ ਨਾਲ ਕਹਿੰਦਾ ਸਤਿ ਸ਼੍ਰੀ ਅਕਾਲ ਜੀ, ਤੁਸੀਂ ਕਿੱਥੋਂ ਆਏ ਹੋ, ਕੀ ਕਰ ਰਹੇ ਹੋ, ਠੀਕ ਹੈ। ਬਹੁਤ ਵਧੀਆ ਤਰੀਕੇ ਨਾਲ ਸਾਨੂੰ ਟਰੀਟ ਕਰ ਰਿਹਾ। ਸਾਨੂੰ ਇੱਥੇ ਕੋਈ ਵੀ ਮਹਿਸੂਸ ਨਹੀਂ ਹੋ ਰਿਹਾ ਕਿ ਕੁਝ ਗਲਤ ਹੋ ਰਿਹਾ। ਕੀ ਤੁਹਾਡੇ ਆਪਦੇ ਜਿਹੜੇ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਜਿੰਨੇ ਵੀ ਤੁਹਾਡੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਵੀ ਤੁਸੀਂ ਗੱਲਬਾਤ ਜਾਂ ਸ਼ੇਅਰ ਕੀਤੀ ਹੈ, ਜਾਂ ਫੇਸਬੁੱਕ 'ਤੇ ਵੀ ਅਸੀਂ ਇੱਥੇ ਪਹੁੰਚੇ ਹੋਏ ਆਂਗੇ ਤੇ ਤੁਸੀਂ ਵੀ ਪਹੁੰਚੋ ਇਸ ਅੰਦੋਲਨ ਦੇ ਵਿੱਚ? ਹਾਂਜੀ, ਮੈਂ ਉਹਨਾਂ ਨੂੰ ਕਿਹਾ ਆਪਦੇ ਫਰੈਂਡਸ ਨੂੰ ਵੀ ਕਿ ਤੁਹਾਨੂੰ ਵੀ ਆਉਣ ਦੀ ਲੋੜ ਹੈ। ਮੈਂ ਆਪਦੇ ਫੇਸਬੁੱਕ ਤੇ ਟਵਿੱਟਰ ਤੇ WhatsApp ਤੇ ਹਰ ਜਗ੍ਹਾ 'ਤੇ ਮੈਂ ਕੀਤਾ ਮੈਸੇਜ ਸਾਰਿਆਂ ਨੂੰ ਕਿ ਆਉਣਾ ਚਾਹੀਦਾ। ਜਿਹੜੇ ਆਏ ਹੋਏ ਆ ਉਹਨਾਂ ਨੂੰ ਮੈਂ ਥੈਂਕਸ ਕਹਿੰਦੀ ਹਾਂ, ਜਿਹੜੇ ਪਹੁੰਚੇ ਨਹੀਂ ਹਜੇ ਤੱਕ ਉਹਨਾਂ ਨੂੰ ਪਹੁੰਚਣਾ ਚਾਹੀਦਾ ਹੈ। ਅਤੇ ਮੈਂ ਇਹ ਕਹੂੰਗੀ ਜਿਹੜੇ ਪੰਜਾਬ ਵਾਲੇ ਹਜੇ ਤੱਕ ਪਹੁੰਚੇ ਨਹੀਂ ਹੈ ਇੱਥੇ, ਉਹਨਾਂ ਨੂੰ ਜ਼ਰੂਰ ਆਉਣਾ ਚਾਹੀਦਾ ਇੱਥੇ। ਤੇ ਤੁਹਾਡੇ ਮੰਮੀ ਡੈਡੀ ਦਾ ਫੋਨ ਨਹੀਂ ਆਉਂਦਾ ਵੀ ਤੁਸੀਂ ਉਹਨਾਂ ਨੇ ਕਦੇ ਰੋਕਿਆ ਨਹੀਂ ਤੁਹਾਨੂੰ ਜਦੋਂ ਆਉਣ ਤੋਂ ਪਹਿਲਾਂ, ਜਦੋਂ ਤੁਸੀਂ ਆਏ ਹੋ ਇੱਥੇ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਵੀ ਤੁਸੀਂ ਨਾ ਜਾਇਓ ਉੱਥੇ, ਜਾਂ ਕਿਸ ਤਰ੍ਹਾਂ? ਨਹੀਂ, ਇਹੋ ਜਿਹਾ ਕੁਝ ਨਹੀਂ ਹੋਇਆ। ਮੇਰੇ ਪੇਰੈਂਟਸ ਨੇ ਆਪ ਕਿਹਾ ਮੈਨੂੰ ਕਿ ਤੁਸੀਂ ਜਾਓ, ਠੀਕ ਹੈ। ਉਹਨਾਂ ਨੇ ਮੈਨੂੰ ਆਪ ਚੜ੍ਹਾ ਕੇ ਗਏ ਨੇ ਮੈਨੂੰ ਟ੍ਰੇਨ 'ਤੇ, ਅਤੇ ਉਹ ਕਹਿ ਰਹੇ ਵੀ ਜਾ ਕੇ ਉਹਨਾਂ ਨਾਲ ਗੱਲ ਕਰੋ, ਠੀਕ ਹੈ, ਉਹਨਾਂ ਨਾਲ ਰਹੋ। ਅਤੇ ਇੱਥੇ ਮੈਂ ਕਿਸੇ ਨੂੰ ਵੀ ਆਪਦਾ ਬੇਬੇ ਬਾਪੂ ਮੰਨ ਕੇ ਰਹਿ ਸਕਦੀ ਹਾਂ। ਮੈਨੂੰ ਇੱਥੇ ਕੋਈ ਦਿੱਕਤ ਨਹੀਂ ਹੈਗੀ, ਸਾਰੇ ਮੈਨੂੰ ਬਹੁਤ ਵਧੀਆ ਰੱਖ ਰਹੇ ਨੇ। ਮੈਂ 5 ਜਗ੍ਹਾ ਚੇਂਜ ਕਰ ਚੁੱਕੀ ਹਾਂ ਆਪਦੀ, ਅਤੇ ਮੈਨੂੰ ਸਾਰਿਆਂ ਨਾਲ ਬਹੁਤ ਵਧੀਆ ਲੱਗਿਆ। ਐਂ ਲੱਗਦਾ ਸੀ ਉਹ ਮੇਰਾ ਹੀ ਪਰਿਵਾਰ ਹੋਵੇ। ਮੈਨੂੰ ਇੱਦਾਂ ਫੀਲ ਹੀ ਨਹੀਂ ਹੋਇਆ ਕਿ ਉਹ ਨਹੀਂ ਹੈਗਾ ਮੇਰੇ ਪਰਿਵਾਰ। ਤੇ ਤੁਸੀਂ ਜਿਹੜੇ ਕਿ ਇਹ ਤਿੰਨ ਜਿਹੜੇ ਆਰਡੀਨੈਂਸ ਨੇ, ਬਿੱਲ ਨੇਗੇ ਤਿੰਨੇ, ਵੀ ਇੱਕ ਤਾਂ ਜਿਹੜੀ ਮੰਡੀ ਜਿਹੜੀ ਪੰਜਾਬੀ ਦੇ ਵਿੱਚ ਕਹਿ ਲਈਏ ਆਪਾਂ, ਕਿਉਂਕਿ ਪੰਜਾਬੀ ਦਰਸ਼ਕ ਜੁੜੇ ਹੋਏ ਨੇ ਆਪਣੇ ਨਾਲ, ਵੀ ਇੱਕ ਤਾਂ ਜਿਹੜੀ ਮੰਡੀਆਂ ਖਤਮ ਹੋ ਜਾਣਗੀਆਂ ਇਹਦੀਆਂ, ਠੀਕ ਹੈ। ਇੱਕ ਜਿਹੜੀ MSP ਉਹ ਰੇਟ 'ਤੇ ਹੈਗੀ ਵੀ ਜਿੰਨੇ ਵੀ ਆਰਡੀਨੈਂਸ ਜਿਹੜੇ ਬਣਾਏ ਹੋਏ ਨੇਗੇ, ਇਹ ਤੁਹਾਨੂੰ ਇਹ ਤੁਸੀਂ ਪੜ੍ਹਿਆ ਜਾਂ ਇਹਨਾਂ ਬਾਰੇ ਸੁਣਿਆ ਵੀ ਹੈ ਕੁਛ ਇਹਨਾਂ ਆਰਡੀਨੈਂਸਾਂ ਬਾਰੇ? ਮੈਂ ਇਹਨਾਂ ਬਾਰੇ ਸੁਣਿਆ ਹੈ, ਠੀਕ ਹੈ। ਇਹ ਹੁਣ ਤੱਕ ਲਾਗੂ ਹੋ ਚੁੱਕਿਆ ਦਿੱਲੀ ਵਿੱਚ ਜਿਹੜੇ ਮਟਰ ਆਪਣੇ ਪੰਜਾਬ 'ਚ 30 ਕਿਲੋ ਮਤਲਬ 30 ਰੁਪਏ 'ਚ ਆ ਜਾਂਦੇ ਆ, ਉਹ ਇੱਥੇ 300 ਵਿੱਚ ਵਿਕ ਰਹੇ ਨੇ ਹੁਣ ਦਿੱਲੀ 'ਚ। ਅਤੇ ਉਹਦੇ 'ਚ ਆਪਾਂ ਨੂੰ ਉੱਥੇ ਫ਼ਾਇਦਾ ਪੰਜਾਬ 'ਚ, ਇੱਥੇ ਦਿੱਲੀ 'ਚ ਆਪਾਂ ਉਹ ਚੀਜ਼ ਨੂੰ ਘਟਾਉਣ ਵਾਸਤੇ ਹੀ ਕਰ ਰਹੇ ਹਾਂ। ਆਪਣਾ ਹੀ ਫ਼ਾਇਦਾ ਹੋਊਗਾ ਉਸ 'ਚ। ਜਿਹੜਾ ਸਰਕਾਰ ਆਪਾਂ ਨੂੰ ਕਰਨ ਚਾਹ ਰਹੀ ਹੈ ਉਹ ਗਲਤ ਕਰ ਰਹੀ ਹੈ ਆਪਣੇ ਨਾਲ ਹੁਣ ਤੱਕ। ਇਹ ਕਿਸਾਨ ਸਿਰਫ ਆਪਣੇ ਲਈ ਹੀ ਨਹੀਂ ਕਰ ਰਹੇ, ਸਿਰਫ ਖੁਦ ਲਈ ਨਹੀਂ ਕਰ ਰਹੇ, ਉਹ ਸਾਰੇ ਪੰਜਾਬ ਲਈ, ਪੂਰੇ ਵਰਲਡ ਲਈ ਕਰ ਰਹੇ ਨੇ। ਉਹਨਾਂ ਨਾਲ ਖੜੇ ਹੋਏ ਨੇ। ਤੁਸੀਂ 5 ਦਿਨ ਕਿਹਾ ਵੀ 5 ਦਿਨ ਅਸੀਂ ਇੱਥੇ ਅੰਦੋਲਨ ਦੇ ਵਿੱਚ ਆਏ ਹਾਂ, ਅਤੇ ਜਿਹੜੇ ਮਤਲਬ ਕਿ ਕਿਵੇਂ ਆਪਾਂ ਕਹਿ ਦਈਏ ਵੀ ਹਰਿਆਣਾ ਸਰਕਾਰ ਅਤੇ ਜਾਂ ਕਹਿ ਦਈਏ ਵੀ ਇੱਕ BJP, ਮੈਂ BJP ਨਹੀਂ ਕਹੂੰਗਾ ਕਿ ਮੈਂ ਖੁਦ ਆਪ ਜੱਟ ਹਾਂ, ਮੈਂ ਤਾਂ ਭਾਜਪਾ ਹੀ ਕਹੂੰਗਾ, ਭਾਜਪਾ ਸਰਕਾਰ ਹੀ ਕਹੂੰਗਾ, ਵੀ ਉਹਨਾਂ ਦੇ ਬਿਆਨ ਆ ਜਾਂਦੇ ਨੇ ਅਤੇ ਭਗਤਾਂ ਦੇ ਵੀ ਬਿਆਨ ਆ ਜਾਂਦੇ ਨੇ ਵੀ ਜੱਟ ਇੱਥੇ ਪਿਕਨਿਕ ਬਣਾਈ ਜਾਂਦੇ। ਕੀ ਤੁਸੀਂ ਦੱਸ ਸਕਦੇ ਹੋ ਵੀ ਇੱਥੇ ਕਿਸ ਤਰ੍ਹਾਂ ਰਹਿ ਰਹੇ ਨੇ ਜੱਟ? ਨਹੀਂ, ਇਹ ਜਿਨ੍ਹਾਂ ਨਾਲ ਬੀਤ ਰਹੀ ਹੈ ਉਹਨਾਂ ਨੂੰ ਪਤਾ ਹੈ ਉਹ ਕਿਵੇਂ ਰਹਿ ਰਹੇ ਨੇ। ਇਹ ਮਤਲਬ ਇਹ ਪਿਕਨਿਕ ਵਾਲੀ ਗੱਲ ਕਹਿ ਕੇ ਇਹ ਸਿਰਫ ਬਦਨਾਮ ਕਰਨਾ ਚਾਹ ਰਹੇ ਆ। ਆਪ ਸੋਸ਼ਲ ਮੀਡੀਆ 'ਤੇ ਫੇਮਸ ਹੋਣਾ ਚਾਹ ਰਹੇ ਆ। ਇਹਨਾਂ ਨੂੰ ਪੁੱਛ ਕੇ ਵੇਖੋ ਕਿ ਇਹ ਕਿੱਦਾਂ ਰਹਿ ਰਹੇ ਨੇ। ਇਹਨਾਂ ਨੂੰ ਸਾਰਾ ਪਤਾ ਹੈ ਕਿ ਇਹ ਕਿੱਦਾਂ ਮਤਲਬ ਫੀਲ ਕਰ ਰਹੇ ਆ ਇੱਥੇ, ਕਿਵੇਂ ਸਰਦੀ ਹੁੰਦੀ ਹੈ ਤਾਂ ਵੀ ਉਹ ਕਿੱਦਾਂ ਮਤਲਬ ਮਹਿਸੂਸ ਕਰਦੇ ਇੱਥੇ ਆ ਕੇ। ਹਾਂ, ਇਹ ਜ਼ਰੂਰ ਹੈ ਸਹੂਲਤਾਂ ਪੂਰੀ ਇਹਨਾਂ ਕੋਲ, ਬਟ ਉਹ ਘਰ ਨੂੰ ਛੱਡ ਕੇ ਔਖਾ ਕਿੰਨਾ ਹੁੰਦਾ ਬੰਦਾ। ਘਰ ਨੂੰ ਛੱਡ ਕੇ ਆਇਆ, 3 ਮਹੀਨੇ ਹੋ ਗਏ ਇੱਥੇ ਰਹਿੰਦੇ ਨੂੰ ਇਹਨਾਂ ਨੂੰ, ਅਤੇ ਔਖਾ ਹੀ ਹੋਊਗਾ ਬੰਦਾ ਘਰ ਨੂੰ ਛੱਡ ਕੇ। ਤਾਂ ਜਿਵੇਂ ਕਿ ਇਸ ਅੰਦੋਲਨ ਦੇ ਵਿੱਚ ਪਹਿਲੀ ਵਾਰ ਦੇਖਿਆ ਹੋਇਆ ਕਿ ਤੁਸੀਂ ਇਸ ਨੂੰ ਕਿਸ ਤਰ੍ਹਾਂ ਲਓਗੇ ਤੁਸੀਂ, ਵੀ ਜਿਹੜਾ ਇਹ ਅੰਦੋਲਨ ਹੈ ਨਾ ਆਜ਼ਾਦੀ ਤੋਂ ਪਹਿਲਾਂ ਨਾ ਆਜ਼ਾਦੀ ਤੋਂ ਬਾਅਦ ਵੀ ਐਡਾ ਵੱਡਾ ਅੰਦੋਲਨ ਨਹੀਂ ਕਦੇ ਹੋਇਆ ਸੀਗਾ। ਅਤੇ ਕਿਸਾਨ ਅੰਦੋਲਨ ਦੇ ਨਾਲ ਜਿਹੜੀ ਵੱਖਰੀ ਅਸੀਂ ਮੈਂ ਮਿਸਾਲ ਦੇਖੀ ਹੈ ਉਹ ਇਹ ਵੇਖੀ ਹੈ ਕਿ ਵੀ ਇਹਨਾਂ ਨਾਲ ਜੰਗ ਨੌਜਵਾਨ ਬਹੁਤ ਜੁੜੇ ਨੇਗੇ। ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਨੌਜਵਾਨ ਜਿਹੜਾ ਕੋਈ ਰਹਿ ਵੀ ਗਿਆ ਤੁਹਾਡਾ ਜੰਗ ਨੌਜਵਾਨ, ਉਹਨੂੰ ਕੀ ਕਹਿਣਾ ਚਾਹੋਗੇ ਵੀ ਤੁਸੀਂ ਇੱਕ ਵਾਰ ਕਿਸਾਨਾਂ ਦੇ ਨਾਲ ਮੋਢਾ ਲਾ ਕੇ ਬੈਠੋ? ਤੁਸੀਂ ਆਪਦੇ ਸ਼ਬਦਾਂ 'ਚ ਕੀ ਕਹੋਗੇ? ਮੈਂ ਉਹਨਾਂ ਨੂੰ ਇਹੀ ਕਹੂੰਗੀ ਕਿ ਇੱਥੇ ਆਉਣਾ ਚਾਹੀਦਾ ਹੈ ਉਹਨਾਂ ਨੂੰ, ਠੀਕ ਹੈ। ਸਾਡੇ ਘਰਾਂ 'ਚੋਂ ਵੀ ਹਜੇ ਤੱਕ ਕੋਈ ਨਹੀਂ ਆਇਆ, ਸਿਰਫ ਮੈਂ ਹੀ ਆਈ ਹਾਂ ਹਜੇ ਤੱਕ ਸਾਡੀ ਫੈਮਿਲੀ 'ਚੋਂ, ਕਿਉਂਕਿ ਸਾਡੀ ਫੈਮਿਲੀ 'ਚੋਂ ਇਸ ਚੀਜ਼ ਨੂੰ ਲੈ ਕੇ ਹਜੇ ਤੱਕ ਉਹ ਨਹੀਂ ਕਰ ਰਹੇ, ਅਤੇ ਉਹ ਆਉਣਗੇ ਹੁਣ, ਠੀਕ ਹੈ। ਜਦੋਂ ਮੈਂ ਆਈ ਹਾਂ ਉਹਨਾਂ ਨੂੰ ਵੀ ਆਉਣਾ ਪਊਗਾ ਪਿੱਛੇ, ਠੀਕ ਹੈ। ਉਹ ਆ ਕੇ ਖੜੇ ਹੋਣਗੇ, ਸਾਡੇ ਰਿਸ਼ਤੇਦਾਰ ਵੀ, ਉਹਨਾਂ ਨੂੰ ਵੀ ਵਧੀਆ ਲੱਗੂਗਾ ਤਾਂ ਉਹ ਅੱਗੇ ਦੱਸਣਗੇ। ਅਤੇ ਮੈਂ ਨੌਜਵਾਨਾਂ ਨੂੰ ਇਹੀ ਕਹੂੰਗੀ ਕਿ ਅੱਗੇ ਵਧਣਾ ਚਾਹੀਦਾ ਹੈ, ਕਿਉਂਕਿ ਹੁਣ ਤੁਸੀਂ ਪੜ੍ਹੇ ਲਿਖੇ ਹੋ। ਪਹਿਲਾਂ ਜਿਹੜੇ ਪੜ੍ਹੇ ਲਿਖੇ ਨਹੀਂ ਸੀਗੇ, ਠੀਕ ਹੈ, ਉਹਨਾਂ ਨੇ ਆਪਦੇ ਹੱਕ ਲਈ ਨਹੀਂ ਲੜਿਆ। ਹੁਣ ਜਿਹੜੇ ਹੈਗੇ ਪੜ੍ਹੇ ਲਿਖੇ ਉਹ ਆਪਣੇ ਹੱਕ ਲਈ ਲੜ ਰਹੇ ਨੇ, ਐਂਡ ਲੜਨਾ ਵੀ ਚਾਹੀਦਾ। ਤਾਂ ਹੀ ਉਹਨਾਂ ਨੂੰ ਪਤਾ ਲੱਗੂਗਾ। ਆਪਾਂ ਤਾਂ ਹੀ ਆਪਣੇ ਬੱਚਿਆਂ ਨੂੰ ਅੱਗੇ ਸਮਝਾਵਾਂਗੇ ਕਿ ਹਾਂ ਤੁਸੀਂ ਆਪਣੇ ਹੱਕ ਲਈ ਲੜੋ। ਅਦਰ ਨਹੀਂ ਲੜਾਂਗੇ ਤਾਂ ਫਿਰ ਕਿਵੇਂ ਸਮਝਾਵਾਂਗੇ ਉਹਨਾਂ ਨੂੰ ਕਿ ਤੁਸੀਂ ਵੀ ਆਪਣੇ ਹੱਕ ਲਈ ਲੜੋ? ਫਿਰ ਤਾਂ ਉੱਦਾਂ ਹੀ ਰਹਿ ਜਾਵਾਂਗੇ ਆਪਾਂ ਵੀ। ਜਿਵੇਂ ਤੁਸੀਂ ਕਿਹਾ ਕਿ ਅਸੀਂ ਮੈਡੀਕਲ ਦੇ ਲੈਣ ਦੇ ਨਾਲ ਸੰਬੰਧਿਤ ਰੱਖਦੇ ਹਾਂਗੇ, ਜੇ ਤੁਹਾਨੂੰ ਇੱਕ ਹੋਰ ਸਵਾਲ ਪੁੱਛਾਂ ਮੈਂ ਵੀ, ਜੇ ਇਹਨਾਂ ਅੰਦੋਲਨ ਮੈਂ ਤੁਰ ਫਿਰ ਕੇ ਦੇਖਿਆ, ਬਹੁਤ ਜ਼ਿਆਦਾ ਦੇਖਿਆ ਹੈਗਾ ਤੁਰ ਫਿਰ ਕੇ, ਅਤੇ ਜਿਹੜੇ ਕਿ ਮਤਲਬ ਜਿਹੜੇ ਸਾਡੇ ਜਿਹੜੇ ਨੌਜਵਾਨ ਨੇ ਜਾਂ ਬਜ਼ੁਰਗ ਨੇ ਉਹ 40 ਦੇ ਕਰੀਬ ਜਿਹੜੇ ਸ਼ਹੀਦ ਹੋ ਚੁੱਕੇ ਨੇਗੇ, ਅਤੇ ਉਹਨਾਂ ਦਾ ਮਤਲਬ ਦਰਦ ਨੂੰ ਤੁਸੀਂ ਕਿਵੇਂ ਲੈਂਦੇ ਹੋ ਉਹਨਾਂ ਨੂੰ? ਮੈਂ ਉਹਨਾਂ ਲਈ ਬਹੁਤ ਮਹਿਸੂਸ ਕਰ ਰਹੀ ਹਾਂ ਕਿ ਠੀਕ ਹੈ ਉਹਨਾਂ ਦੀ ਫੈਮਿਲੀ ਨਾਲ ਕੀ ਗੁਜ਼ਰ ਰਹੀ ਹੋਊਗੀ ਹੁਣ, ਕਿਉਂਕਿ
ਉਹ ਕਿਸਾਨਾਂ ਦੇ ਲਈ ਖੜੇ ਹੋਣ ਲਈ ਇੱਥੇ ਆਏ ਸੀਗੇ, ਠੀਕ ਹੈ। ਉਹ ਪੀੜਿਤ ਹੋ ਕੇ ਮਤਲਬ ਜਿਵੇਂ ਵੀ ਹੋਇਆ ਉਹਨਾਂ ਨਾਲ, ਇਹ ਬਹੁਤ ਗਲਤ ਹੋਇਆ ਹੈ ਅਤੇ ਸਰਕਾਰ ਨੂੰ ਇਹਨਾਂ ਨਾਲ ਕੋਈ ਵੀ ਫ਼ਰਕ ਨਹੀਂ ਪੈ ਰਿਹਾ ਇਸ ਚੀਜ਼ ਨਾਲ, ਕਿਉਂਕਿ ਸਰਕਾਰ ਨੂੰ ਜੇ ਫ਼ਰਕ ਪੈਂਦਾ ਹੁੰਦਾ ਤਾਂ ਹੁਣ ਤੱਕ ਉਹਨਾਂ ਨੇ ਮੀਟਿੰਗ 'ਚ ਕਦੋਂ ਦਾ ਇਸ ਚੀਜ਼ ਦਾ ਜ਼ਿਕਰ ਕਰ ਦਿੱਤਾ ਹੁੰਦਾ। ਉਹਨਾਂ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ ਇਸ ਨਾਲ। ਮੈਂ ਇਹ ਕਹਿਣਾ ਚਾਹੂੰਗੀ ਕਿ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਜਿਹੜੇ ਪੀੜਿਤ ਫੈਮਿਲੀ, ਜੇ ਉਹਨਾਂ ਦੀ ਫੈਮਿਲੀ ਨਾਲ ਇੱਦਾਂ ਹੋਇਆ ਹੁੰਦਾ ਤਾਂ ਉਹ ਭੱਜ ਕੇ ਜਾਂਦੇ, ਹੋ ਸਕਦਾ ਉਹ ਵੱਡੇ ਤੋਂ ਵੱਡੇ ਡਾਕਟਰ ਕੋਲ ਜਾਂਦੇ, ਪਰ ਜਿਹੜੇ ਕਿਸਾਨ ਇੱਥੇ ਮਜ਼ਦੂਰ ਇੱਥੇ ਘੁੰਮ ਰਹੇ ਨੇ, ਜਿਨ੍ਹਾਂ ਨੂੰ ਪੀੜਿਤ ਹੋ ਰਹੇ ਨੇ, ਉਹਨਾਂ ਬਾਰੇ ਸਰਕਾਰ ਨਹੀਂ ਸੋਚੀ। ਉਹਨਾਂ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ, ਉਹ ਸੋਚੇ। ਇਹ ਜਿਸ ਤਰ੍ਹਾਂ ਕਿ ਆਪਾਂ ਕਹਿ ਲਈਏ ਕਿ ਵੀ ਜਿਹੜਾ ਅੰਦੋਲਨ ਹੈ ਇਹਦਾ ਇੱਕ ਇਤਿਹਾਸ ਬਣ ਜਾਊਗਾ। ਇਹ ਜਿਵੇਂ ਤੁਸੀਂ ਗਿੰਨੀ ਬੁੱਕ ਦਾ ਤਾਂ ਨਾਮ ਸੁਣਿਆ ਹੋਊਗਾ ਵੀ ਰਿਕਾਰਡ ਹੋ ਜਾਂਦਾ ਉਹਦੇ ਵਿੱਚ, ਕਿ ਜਿਹੜਾ ਇੰਨਾ ਤੁਸੀਂ ਕਿੰਨਾ ਕੁ ਦੇਖ ਲਿਆ ਤੁਸੀਂ ਤੁਰ ਫਿਰ ਕੇ ਵੀ ਕਿੰਨਾ ਲੰਮਾ ਅੰਦੋਲਨ ਹੈ ਇਹ, ਅਤੇ ਕੀ ਇਹ ਗਿੰਨੀ ਬੁੱਕ 'ਚ ਰਿਕਾਰਡ ਨਹੀਂ ਹੋਣਾ ਚਾਹੀਦਾ ਦਰਜ? ਕਿਉਂਕਿ ਸਾਰੀਆਂ ਖਾਣ ਪੀਣ ਦੀਆਂ ਸਹੂਲਤਾਂ ਇੱਥੇ ਨੇ, ਲਾਈਟ ਦੀ ਇੱਥੇ ਹੈਗੀ ਹੈ, ਸੁਵਿਧਾ ਹੈਗੀ ਹੈ, ਅਤੇ ਬਾਕੀ ਖਾਣ ਪੀਣ ਦੀਆਂ ਚੀਜ਼ਾਂ ਦੀ ਹੋ ਗਈ, ਰਹਿਣ ਬਸੇਰੇ ਦਾ ਹੋ ਗਿਆ, ਜਿਸ ਤਰ੍ਹਾਂ ਘਰ ਬਣੇ ਹੋਏ ਨੇ, ਬਾਥਰੂਮ ਬਣੇ ਹੋਏ ਨੇਗੇ, ਅਤੇ ਇੱਥੋਂ ਤੱਕ ਕੋਈ ਟੈਲੀਵਿਜ਼ਨ ਵੀ ਦੀ ਸਹੂਲਤ ਹੈਗੀ ਉਰੇ। ਅਤੇ ਤੁਸੀਂ ਇਹ ਸੋਚ ਸਕਦੇ ਹੋ ਵੀ ਗਿੰਨੀ ਬੁੱਕ ਦੇ ਵਿੱਚ ਰਿਕਾਰਡ ਹੋਣਾ ਚਾਹੀਦਾ ਹੈ ਜੇ ਗਾਂ ਇਤਿਹਾਸ ਬਣੇ ਇਹਦਾ ਤਾਂ। ਹਾਂਜੀ, ਆਫ ਕੋਰਸ ਹੋਣਾ ਚਾਹੀਦਾ ਹੈ, ਕਿਉਂਕਿ ਜਿਹੜੀ ਆਪਣੀ ਕੌਮ ਹੈ ਹੁਣ ਦੀ, ਉਹ ਬਹੁਤ ਇਤਿਹਾਸ ਹੁਣ ਰਚ ਰਹੀ ਹੈ। ਬਿਕੋਜ਼ ਜਿਹੜਾ ਇਤਿਹਾਸ ਅਸੀਂ ਕਦੇ ਵੇਖਿਆ ਵੀ ਨਹੀਂ ਸੀਗਾ, ਸਿਰਫ ਸੁਣਿਆ ਸੀਗਾ ਬੁੱਕਸ 'ਚ, ਹੁਣ ਉਹ ਅਸਲੀ 'ਚ ਅਸੀਂ ਵੇਖ ਰਹੇ ਹਾਂ ਰਿਐਲਿਟੀ 'ਚ। ਦੂਜਾ ਪੰਜਾਬ ਇੱਥੇ ਖੋਲ੍ਹ ਚੁੱਕੇ ਹਾਂ ਅਸੀਂ, ਦਿੱਲੀ 'ਚ ਆ ਕੇ, ਹਰਿਆਣਾ 'ਚ ਅਸੀਂ ਰਹਿ ਰਹੇ ਹਾਂ, ਠੀਕ ਹੈ। ਹੁਣ ਤੱਕ ਇੱਥੇ ਇਤਿਹਾਸ ਪੂਰਾ ਜੁੜ ਚੁੱਕਿਆ ਹੈ, ਅਤੇ ਮੈਂ ਇਹੀ ਕਹੂੰਗੀ ਕਿ ਇਤਿਹਾਸ ਜੁੜਨਾ ਚਾਹੀਦਾ ਆਪਣੀ ਜੀਨੀਸ ਬੁੱਕ 'ਚ। ਜੇ ਨਹੀਂ ਰਿਕਾਰਡ ਹੁੰਦਾ, ਮਤਲਬ ਇਸ ਚੀਜ਼ ਦਾ ਨਹੀਂ ਉਹ ਕਰਦੇ ਜ਼ਿਕਰ, ਤਾਂ ਉਹਨਾਂ ਦੀ ਗਲਤੀ ਹੈ, ਬਹੁਤ ਵੱਡੀ ਗਲਤੀ ਹੋਊਗੀ, ਕਿਉਂਕਿ ਇਹ ਹੁਣ ਤੱਕ ਦਾ ਵਰਲਡ ਦਾ ਸਭ ਤੋਂ ਵੱਡਾ ਹੁਣ ਤੱਕ ਰਿਹਾ ਇਤਿਹਾਸ। ਅਤੇ ਲਾਸਟ ਦੇ ਵਿੱਚ ਤੁਸੀਂ ਜਿਹੜੇ ਕਿ ਬਜ਼ੁਰਗ ਬੈਠੇ ਨੇ ਇਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਬਜ਼ੁਰਗਾਂ ਨੂੰ ਤਾਂ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਇੱਥੇ ਆਏ ਹੋ, ਤੁਹਾਡਾ ਮਤਲਬ ਇੱਥੇ ਬਹੁਤ ਸਹਿਯੋਗ ਹੈ। ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਹੀ ਧੰਨਵਾਦ ਹੋਣਾ ਚਾਹੀਦਾ ਹੈ, ਕਿਉਂਕਿ ਇਹਨਾਂ ਨੇ ਹੀ ਕੰਮ ਕੀਤਾ ਹਜੇ ਤੱਕ, ਜਿਹੜਾ ਕਿਸਾਨਾਂ ਦਾ ਬੀਜਿਆ ਹੈ ਉਹਨਾਂ ਦਾ ਹੀ ਖਾ ਰਹੇ ਹਾਂ। ਹੁਣ ਦੇ ਨੌਜਵਾਨ ਤਾਂ ਸਿਰਫ ਕੰਮ ਕਰ ਰਹੇ ਨੇ, ਸਿਰਫ ਸਟੱਡੀ ਕਰ ਰਹੇ ਨੇ। ਜਿਹੜਾ ਕੰਮ ਕੀਤਾ ਹੈ ਇਹਨਾਂ ਨੇ ਕੀਤਾ ਹਜੇ ਤੱਕ, ਅਤੇ ਇਹਨਾਂ ਦਾ ਧੰਨਵਾਦ ਹੋਣਾ ਚਾਹੀਦਾ ਸਭ ਤੋਂ ਪਹਿਲਾਂ। ਦਰਸ਼ਕੋ, ਹਾਂਜੀ ਹਾਂਜੀ, ਵੀ ਜਿਹੜੀਆਂ ਸਾਡੀਆਂ ਬੱਚੀਆਂ ਇਹ ਸੰਘਰਸ਼ 'ਚ ਬੈਠੀਆਂ, ਅਸੀਂ ਬੁੱਢੇ ਬੈਠੇ ਹਾਂ, ਇਹ ਕੋਈ ਸਾਡਾ ਸ਼ੌਕ ਨਹੀਂ, ਮਜਬੂਰੀ ਹੈ। ਅਤੇ ਜੇ ਸਾਡੀ ਅੱਜ ਨਹੀਂ ਸੁਣੀ ਜਾਂਦੀ, ਉਹ ਕਦੋਂ ਸੁਣੀ ਜਾਊ? ਇਹ ਬੱਚੀ ਹੈ, ਇਹਨੂੰ ਕੋਈ ਸ਼ੌਕ ਨਹੀਂ, ਸਾਡੀ ਮਜਬੂਰੀ ਹੈ। ਅਤੇ ਜੇ ਅੱਜ ਸਾਨੂੰ ਕੋਈ ਲੋੜ ਪੈ ਜੇ ਸੰਘਰਸ਼ ਕਰਨ ਦੀ, ਅਤੇ ਫਿਰ ਅਸੀਂ ਪਿੱਛੇ ਨਹੀਂ ਹਟਾਂਗੇ। ਹੁਣ ਇਹ ਬੱਚੀ ਦਾ ਕੀ ਸ਼ੌਕ ਹੈ ਵਿਚਾਰੀ ਦਾ? ਦੇਖੋ ਜੀ, ਵੇਖੋ ਕਿੰਨਾ ਦਰਦ ਹੈ ਇਸ ਅੰਦੋਲਨ ਦੇ ਵਿੱਚ, ਕਿ ਜਿਵੇਂ ਕਿ ਰਾਈਟਰ ਕਈ ਗਾਇਕਾਂ ਨੇ ਗਾਣੇ ਵੀ ਗਾਏ ਨੇਗੇ, ਹੈਂ, ਕਿ ਕੁੜੀਏ ਕਿਸਮਤ ਪੁੜੀਏ ਤੈਨੂੰ ਇੰਨਾ ਪਿਆਰ ਦੇਵਾਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤਾਂ ਇੱਥੋਂ ਵਾਰ ਦੇਵਾਂ। ਕਿਉਂਕਿ ਇਸ ਅੰਦੋਲਨ ਦੇ ਵਿੱਚ ਕੱਲੀਆਂ ਲੜਕੀਆਂ ਵੀ ਆ ਚੁੱਕੀਆਂ ਨੇ। ਇਹ ਅੰਦੋਲਨ ਵੇਖੋ ਕਿੱਡਾ ਵੱਡਾ ਅੰਦੋਲਨ ਹੈ ਇਹ, ਠੀਕ ਹੈ। ਲੋਕ ਗੀਤਾਂ ਦੇ ਵਿੱਚ ਜਿਵੇਂ ਕਹਿੰਦੇ ਸੀਗੇ ਕਿ ਹੋਇਆ ਕੀ ਜੇ ਧੀ ਜੰਪੀ, ਚਲੋ ਕੁੱਖ ਦਾ ਸਿਲਕ ਨਹੀਂ ਹੋਈ, ਪਰ ਇਹੋ ਜਿਹੀਆਂ ਧੀਆਂ ਉਹਨਾਂ ਲੱਖਾਂ ਧੀਆਂ ਨਾਲੋਂ ਚੰਗੀਆਂ ਹੋਣਗੀਆਂ ਜਿਹੜੀਆਂ ਕੰਗਣਾ ਰਣੌਤ ਆਪਦੇ ਬੈਠ ਕੇ ਚੱਲਣਾ ਅਤੇ ਕਿਸਾਨਾਂ ਨੂੰ ਭੰਡਦੀ ਹੈ। ਪਰ ਉਹਨਾਂ ਦੇ ਨਾਲੋਂ ਆਹ ਕੁੜੀਆਂ ਬਹੁਤ ਚੰਗੀਆਂ ਨੇ। ਦੇਖਦੇ ਰਹੋ ਸਾਡਾ ਨਿਊਜ਼ ਚੈਨਲ। ਧੰਨਵਾਦ।